हेलो एवरीवन वेलकम और वेलकम बैक टू माई चैनल BA ਸਮੈਸਟਰ 3 ਹਿਸਟਰੀ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ ਟੌਪਿਕ ਭਾਰਤੀ ਸੰਵਿਧਾਨ ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਸੋ ਬਹੁਤ ਹੀ ਇੰਪੋਰਟੈਂਟ ਫਰੂਟਫੁਲ ਵੀਡੀਓ ਹੋਣ ਵਾਲਾ ਹੈ, ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ। ਨਾਲ ਹੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਨਾਲ ਹੀ ਸ਼ੇਅਰ ਦਾ ਬਟਨ ਵੀ ਔਨ ਰੱਖਿਆ ਕਰੋ ਬਿਕੋਜ਼ ਸ਼ੇਅਰਿੰਗ ਇਜ਼ ਕੇਅਰਿੰਗ। ਐਂਡ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਉਹ ਵੀ ਫਟਾਫਟ ਸਬਸਕ੍ਰਾਈਬ ਕਰੋ ਅਤੇ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਦੇਣਾ। ਸੋ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ। ਹੁਣ ਦੇਖੋ ਭਾਰਤ ਦਾ ਜਿਹੜਾ ਸੰਵਿਧਾਨ ਹੈ ਪੂਰੇ ਵਰਲਡ ਦੇ ਵਿੱਚ ਫੇਮਸ ਹੈ। ਕਿਉਂ ਫੇਮਸ ਹੈ? ਬਿਕੋਜ਼ ਇਹ ਸਭ ਤੋਂ ਲੰਬਾ ਵਿਸਤ੍ਰਿਤ ਰੂਪ ਦੇ ਵਿੱਚ ਲਿਖਿਆ ਹੋਇਆ ਸੰਵਿਧਾਨ ਹੈ। ਐਡਾ ਲੰਬਾ ਸੰਵਿਧਾਨ, ਇੰਨੀਆਂ ਜ਼ਿਆਦਾ ਅਨੁਸੂਚੀਆਂ ਕਿਸੇ ਵੀ ਹੋਰ ਸੰਵਿਧਾਨ ਦੇ ਵਿੱਚ ਵੇਖਣ ਨੂੰ ਨਹੀਂ ਮਿਲਦੀਆਂ। ਬੋਰੋ ਕੌਂਸਟੀਟਿਊਸ਼ਨ ਹੈ ਆਪਣਾ ਬਿਕੋਜ਼ ਇਹ ਉਧਾਰ ਲਿਆ ਹੋਇਆ ਹੈ ਕਾਫੀ ਸਾਰੀਆਂ ਕੰਟਰੀਜ਼ ਤੋਂ। ਇਹ ਕਿਸੇ ਤੋਂ ਕੋਈ ਚੀਜ਼ ਆਪਾਂ ਨੇ ਮੰਗੀ ਹੈ, ਕਿਸੇ ਤੋਂ ਸੰਸਦੀ ਪ੍ਰਣਾਲੀ ਮੰਗੀ ਹੈ, ਕਿਸੇ ਤੋਂ ਨਿਆਂਪਾਲਿਕਾ ਮੰਗੀ ਹੈ, ਠੀਕ ਹੈ, ਤੇ ਕਿਸੇ ਤੋਂ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਵੀ ਲਏ ਗਏ ਆ। 2 ਸਾਲ 11 ਮਹੀਨੇ 18 ਦਿਨ ਦਾ ਟਾਈਮ ਪੀਰੀਅਡ ਲੱਗਿਆ ਸੰਵਿਧਾਨ ਨੂੰ ਰੈਡੀ ਹੋਣ ਦੇ ਵਿੱਚ। ਸੋ ਭਾਰਤ ਜਦੋਂ 15 ਅਗਸਤ ਨੂੰ 1947 ਨੂੰ ਆਜ਼ਾਦ ਹੋਇਆ ਹੈ ਤਾਂ ਇਹ ਦੁੱਖ ਤੇ ਸੁੱਖ ਦੋਨਾਂ ਦਾ ਸਮਾਂ ਸੀ। ਦੁੱਖ ਇਹ ਸੀ ਕਿ ਭਾਰਤ ਤੋਂ ਪਾਕਿਸਤਾਨ ਅੱਡ ਹੋ ਰਿਹਾ ਸੀ ਅਤੇ ਨਾਲ ਹੀ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਆਪਾਂ ਕਹਿੰਦੇ ਹਾਂ ਭੁੱਖਮਰੀ ਵਗੈਰਾ ਫੈਲ ਰਹੀ ਸੀ। ਦੂਜੀ ਗੱਲ ਹੈਗੀ ਹੈ ਕਿ ਸੁੱਖ ਦਾ ਟਾਈਮ ਵੀ ਸੀ ਕਿ ਅੰਗਰੇਜ਼ ਇੱਥੋਂ ਜਾ ਚੁੱਕੇ ਸੀਗੇ। ਪਰ ਕਿਹਾ ਜਾਂਦਾ ਹੈ ਕਿ ਉਹ ਇੱਕਦਮ ਹੀ ਇੱਥੋਂ ਨਹੀਂ ਗਏ, ਫਿਰ ਵੀ ਕਾਫੀ ਟਾਈਮ ਉਹਨਾਂ ਨੇ ਜਾਣ 'ਤੇ ਲਿਆ। ਵੈਸੇ ਤਾਂ ਇਹਨਾਂ ਨੇ ਲਿਖਤੀ ਰੂਪ 'ਚ 15 ਅਗਸਤ ਨੂੰ ਸਾਨੂੰ ਦੇਤਾ ਸੀ ਕਿ ਹਾਂਜੀ ਤੁਸੀਂ ਆਜ਼ਾਦ ਹੋ, ਲੇਕਿਨ ਫਿਰ ਵੀ ਇਹਨਾਂ ਨੇ ਆਪਣੇ ਕਾਫੀ ਸਾਰੇ ਹੱਥਕੰਡੇ ਬਾਅਦ ਦੇ ਵਿੱਚ ਵੀ ਅਪਣਾਏ ਨੇ ਜਿਹੜੇ ਕਿ ਸਾਡੇ ਪੋਲੀਟੀਕਲ ਲੀਡਰਸ ਨੇ ਸਾਰੇ ਹੀ ਜਿਹੜੇ ਨੇ ਇਗਨੋਰ ਕੀਤੇ ਨੇ। ਫਾਈਨ। ਆਜ਼ਾਦੀ ਇੱਕ ਵੱਡਾ ਸੁਪਨਾ ਸੀ ਜੋ ਕਿ ਸੱਚ ਹੋ ਚੁੱਕਾ ਸੀ, ਪਰ ਬਹੁਤ ਸਾਰੇ ਕਤਲ ਹੋਏ, ਕਤਲੇਆਮ, ਘਰਾਂ ਤੋਂ ਲੋਕ ਬੇਘਰ ਹੋਏ, ਲੋਕਾਂ ਦੀ ਮਤਲਬ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਨਾ, ਇੱਜ਼ਤਾਂ ਰੋਲੀਆਂ ਗਈਆਂ, ਤਾਂ ਬਹੁਤ ਹੀ ਜ਼ਿਆਦਾ ਜਿਹੜਾ ਸੀ ਕਤਲੇਆਮ ਹੋਇਆ ਸੀ। ਲੋਕ ਖੂਨ ਦੇ ਪਿਆਸੇ ਹੋ ਗਏ ਸੀਗੇ। ਦੇਸ਼ ਦੀ ਵੰਡ ਹੋ ਗਈ, ਲਗਭਗ 5 ਲੱਖ ਕਰੀਬ ਲੋਕ ਜਿਹੜੇ ਸੀ ਮਾਰੇ ਗਏ ਸੀ। ਆਜ਼ਾਦ ਹੋਣ ਤੋਂ ਬਾਅਦ ਦੇਸ਼ ਦੀ ਰਾਜਨੀਤਿਕ ਜਿਹੜੇ ਲੀਡਰ ਸੀਗੇ ਇਹਨਾਂ ਨੂੰ ਸੰਵਿਧਾਨ ਦੀ ਲੋੜ ਮਹਿਸੂਸ ਹੋਈ ਬਿਕੋਜ਼ ਭਾਰਤ ਜਿਹੜਾ ਹੈ ਅਨੇਕਤਾਵਾਂ ਭਰਿਆ ਦੇਸ਼ ਹੈ, ਭਿੰਨਤਾਵਾਂ ਭਰਿਆ ਦੇਸ਼ ਹੈਗਾ। ਬਹੁਤ ਹੀ ਜ਼ਿਆਦਾ ਡਾਇਵਰਸਿਟੀ ਵੀ ਇੱਥੇ ਵੇਖਣ ਨੂੰ ਮਿਲਦੀ ਹੈਗੀ, ਬਹੁਤ ਸਾਰੇ ਕਲਚਰ, ਕ੍ਰੀਡ, ਠੀਕ ਹੈ, ਰਿਲੀਜ਼ਨ ਦੇ ਲੋਕ ਇੱਥੇ ਰਹਿੰਦੇ ਨੇ। ਸੋ ਆਪਸ ਵਿੱਚ ਲੜਨ ਦਾ ਖਤਰਾ ਸੀ। ਸੋ ਇਸ ਕਰਕੇ ਸੰਵਿਧਾਨ ਦੀ ਲੋੜ ਜਿਹੜੀ ਸੀ ਆਪਾਂ ਨੂੰ ਮਹਿਸੂਸ ਕੀਤੀ ਗਈ। ਆਪਣੇ ਜਿਹੜੇ ਲੀਡਰ ਸੀਗੇ, ਠੀਕ ਹੈ, ਨਹਿਰੂ ਵਰਗੇ ਹੋ ਗਏ, ਅੰਬੇਦਕਰ ਵਰਗੇ ਹੋ ਗਏ, ਸੋ ਇਹਨਾਂ ਨੂੰ ਇਹ ਚੀਜ਼ ਦੀ ਲੋੜ ਮਹਿਸੂਸ ਹੋਈ। ਇੱਕ ਕਮੇਟੀ ਤਿਆਰ ਕੀਤੀ ਗਈ, ਬਹੁਤ ਸਾਰੇ ਮੈਂਬਰਾਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ। ਸੰਵਿਧਾਨਕ ਸਭਾ ਦੀ ਕਮੇਟੀ ਜਿਹੜੀ ਸੀਗੀ ਰੈਡੀ ਹੋ ਗਈ ਤਾਂ ਇਹਨਾਂ ਨੇ 2 ਸਾਲ ਦੇ ਕਰੀਬ ਜਿਹੜਾ ਹੈ 11 ਮਹੀਨੇ 18 ਦਿਨ ਲਾਏ ਸੰਵਿਧਾਨ ਸਭਾ ਨੇ ਆਪਣੇ ਸੰਵਿਧਾਨ ਨੂੰ ਤਿਆਰ ਕਰਨੀ। ਸੋ 26 ਨਵੰਬਰ 1949 ਨੂੰ ਇਹ ਮਨਜ਼ੂਰ ਕਰ ਲਿਆ ਗਿਆ ਤਾਂ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ। ਪਰ ਲਾਗੂ ਜਿਹੜਾ ਸੀ 26 ਜਨਵਰੀ 1950 ਨੂੰ ਕੀਤਾ ਗਿਆ ਬਿਕੋਜ਼ 26 ਜਨਵਰੀ ਨੂੰ ਨਾ ਆਪਣੇ ਭਾਰਤ ਦੇ ਲੋਕ ਆਜ਼ਾਦੀ ਦਿਵਸ ਮਨਾਉਂਦੇ ਸੀਗੇ, ਠੀਕ ਹੈ। ਸੋ ਆਜ਼ਾਦੀ ਨੂੰ ਫਸਟ ਟਾਈਮ ਇਹਨਾਂ ਨੇ ਕਿਹਾ ਸੀ ਕਿ ਆਜ਼ਾਦੀ ਜਦੋਂ ਵੀ ਅਸੀਂ ਆਜ਼ਾਦ ਹੋਏ ਤਾਂ ਅਸੀਂ 26 ਜਨਵਰੀ ਨੂੰ ਮਨਾਵਾਂਗੇ, ਤਾਂ ਉਸ ਤੋਂ ਪਹਿਲਾਂ ਵੀ 26 ਜਨਵਰੀ ਨੂੰ ਆਜ਼ਾਦੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸੀ। ਤਾਂ ਕਰਕੇ ਇਹਨਾਂ ਨੇ 26 ਜਨਵਰੀ ਤੱਕ ਇਸ ਨੂੰ ਇਸ ਦਾ ਵੇਟ ਕੀਤਾ ਕਿ 26 ਜਨਵਰੀ ਨੂੰ ਹੀ ਅਸੀਂ ਲਾਗੂ ਕਰਾਂਗੇ ਸੰਵਿਧਾਨ ਨੂੰ, ਠੀਕ ਹੈ। ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਨੇ ਜੋ ਕਿ ਇਸ ਪ੍ਰਕਾਰ ਹੈ। ਹੁਣ ਇੱਥੇ ਇੱਕ ਕੁਐਸਚਨ ਹੈ ਕਿ ਭਾਰਤੀ ਸੰਵਿਧਾਨ ਤਿਆਰ ਕਰਨ ਦੇ ਵਿੱਚ ਕਿੰਨੇ ਰੁਪਏ ਜਿਹੜੇ ਸੀਗੇ ਲੱਗੇ ਸੀ, ਠੀਕ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ, ਚਾਹੇ ਗੂਗਲ ਤੋਂ ਸਰਚ ਕਰਕੇ ਦੱਸੋ ਕਿ ਕਿੰਨਾ ਖਰਚਾ ਆਇਆ ਸੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ। ਫਾਈਨ, ਇਹ ਤੁਹਾਡੇ ਲਈ ਪ੍ਰੈਕਟਿਸ ਦਾ ਕੁਐਸਚਨ ਹੈ। ਸੋ ਫਸਟ ਆਫ ਆਲ ਜਿਹੜੀ ਵਿਸ਼ੇਸ਼ਤਾ ਹੈ ਉਹ ਹੈ ਲਿਖਤੀ ਅਤੇ ਲੰਬਾ ਸੰਵਿਧਾਨ। ਭਾਰਤ ਦਾ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਤੋਂ ਬਹੁਤ ਹੀ ਲੰਬਾ ਅਤੇ ਵਿਸਤ੍ਰਿਤ ਹੈ। ਮੂਲ ਸੰਵਿਧਾਨ ਜਿਹੜਾ ਪਹਿਲੇ ਵਾਲਾ ਸੰਵਿਧਾਨ ਸੀ, ਸਭ ਤੋਂ ਪਹਿਲਾਂ ਜਿਹੜਾ ਰੈਡੀ ਹੋਇਆ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਰੈਡੀ ਹੋਇਆ ਹੈ ਅਤੇ ਜਿਹੜਾ ਵੀ ਓਰੀਜਨਲ ਲਿਖਿਆ ਹੋਇਆ ਸੰਵਿਧਾਨ ਹੈ ਹਿੰਦੀ ਅਤੇ ਇੰਗਲਿਸ਼ ਦੇ ਵਿੱਚ, ਤਾਂ ਇਹ ਵਾਲਾ ਸੰਵਿਧਾਨ ਜਿਹੜਾ ਹੈ ਹੈਂਡ ਰਿਟਨ ਹੈ ਬਿਕੋਜ਼ ਇਹ ਜਿਹੜਾ ਹੈ ਹੁਣ ਸੁਪਰੀਮ ਕੋਰਟ ਦੇ ਵਿੱਚ ਦੇਖਣ ਨੂੰ ਮਿਲਦਾ। ਫਾਈਨ, ਤਾਂ ਇਹ ਵਾਲੇ ਸੰਵਿਧਾਨਾਂ ਦੇ ਵਿੱਚ ਜਿਹੜਾ ਸੀ 395 ਅਨੁਛੇਦ, 8 ਅਨੁਸੂਚੀਆਂ ਸੀ। ਹੌਲੀ ਹੌਲੀ ਇਹਨਾਂ ਦੇ ਵਿੱਚ ਸ਼ੋਧਾਂ ਕੀਤੀਆਂ ਗਈਆਂ, ਲੇਕਿਨ ਪਹਿਲਾਂ ਕਿਹਾ ਸੀ ਕਿ ਕੋਈ ਸ਼ੋਧ ਨਹੀਂ ਹੋਏਗੀ, ਲੇਕਿਨ ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਨੀਡ ਜਿਹੜਾ ਹੈਗਾ ਇਸ ਦੇ ਵਿੱਚ ਸ਼ੋਧਾਂ ਕੀਤੀਆਂ ਗਈਆਂ। ਕਈ ਅਨੁਛੇਦ ਜਿਹੜੇ ਸੀ ਖਾਰਿਜ ਕੀਤੇ ਗਏ, ਕਈ ਅਨੁਛੇਦ ਅੰਕਿਤ ਕੀਤੇ ਗਏ, ਪਰ ਫਿਰ ਵੀ ਇਹ ਵਿਸ਼ਵ ਦਾ ਸਭ ਤੋਂ ਵੱਡਾ ਸੰਵਿਧਾਨ ਹੈ। ਅਮਰੀਕਾ ਦੇ ਸੰਵਿਧਾਨ ਵਿੱਚ 7, ਸਵਿਟਜ਼ਰਲੈਂਡ ਦੇ 123, ਜਾਪਾਨ ਦੇ 103,
ਧਾਰਾਵਾਂ ਸੀਗੀਆਂ, ਪਰ ਭਾਰਤ ਦੇ ਸੰਵਿਧਾਨ ਦੇ ਵਿੱਚ 395 ਜਿਹੜੀਆਂ ਸੀਗੀਆਂ ਧਾਰਾਵਾਂ ਦੇਖਣ ਨੂੰ ਮਿਲਦੀਆਂ 400, ਪਰ ਹੁਣ ਜਿਹੜੇ ਇਹ ਅਨੁਛੇਦ ਨੇ, ਇਹ ਧਾਰਾਵਾਂ ਨਹੀਂ ਅਨੁਛੇਦ, ਤਾਂ ਇਹ 470 ਅਨੁਛੇਦ, 25 ਭਾਗ, 12 ਅਨੁਸੂਚੀਆਂ ਨੇ। ਠੀਕ ਹੈ, ਤਾਂ ਇਸ ਤਰ੍ਹਾਂ ਆਪਾਂ ਦੇਖ ਸਕਦੇ ਕਿ ਭਾਰਤ ਦੇ ਸੰਵਿਧਾਨ ਦਾ ਜਿਹੜਾ ਹੈਗਾ ਜਾਪਾਨ ਤੋਂ, ਸਵਿਟਜ਼ਰਲੈਂਡ ਤੋਂ ਕਿੰਨਾ ਵੱਡਾ ਹੈ, ਅਮਰੀਕਾ ਤੋਂ ਕਿੱਡਾ ਵੱਡਾ ਸੰਵਿਧਾਨ ਹੈ ਨਾ। ਤਾਂ ਹੁਣ ਇਸ ਟਾਈਮ ਜਿਹੜੇ ਹੈਗੇ ਇਸ ਦੀਆਂ ਅਨੁਸੂਚੀਆਂ, ਭਾਗ ਤੇ ਜਿਹੜੇ ਅਨੁਛੇਦ ਨੇ ਉਹ ਇਸ ਪ੍ਰਕਾਰ ਹੈ। 106 ਤਕਰੀਬਨ ਸੋਧਾਂ ਹੋ ਚੁੱਕੀਆਂ ਨੇ। ਤਾਂ ਕਈ ਸਾਧਨਾਂ ਤੋਂ ਲਿਆ ਗਿਆ ਅਤੇ ਅਨੋਖਾ ਸੰਵਿਧਾਨ। ਸਾਡਾ ਸੰਵਿਧਾਨ ਜਿਹੜੇ ਨਿਰਮਾਤਾ ਸੀ ਉਹ ਅਜਿਹਾ ਸੰਵਿਧਾਨ ਬਣਾਉਣਾ ਚਾਹੁੰਦੇ ਸੀ ਜਿਹੜਾ ਕਿ ਆਦਰਸ਼ ਹੋਵੇ, ਆਈਡੀਅਲ ਹੋਵੇ ਅਤੇ ਲੋਕ ਵੀ ਇਸ ਨੂੰ ਜਿਹੜਾ ਹੈਗਾ ਇਸ ਤੋਂ ਕੁਝ ਸਿੱਖਣ। ਉਹਨਾਂ ਨੇ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਤੋਂ ਸੰਵਿਧਾਨ ਦੇ ਸਿਧਾਂਤ ਲਏ, ਭਾਰਤੀ ਸੰਵਿਧਾਨ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ, ਇਸ ਕਰਕੇ ਇਸ ਨੂੰ ਉਧਾਰ ਲਿਆ ਹੋਇਆ ਸੰਵਿਧਾਨ ਵੀ ਕਿਹਾ ਜਾਂਦਾ ਹੈ। ਸਾਡੇ ਦੇਸ਼ ਦੀ ਸੰਸਦੀ ਪ੍ਰਣਾਲੀ ਅਤੇ ਕਾਨੂੰਨ ਜਿਹੜਾ ਹੈ ਬਰਤਾਨਵੀ ਦਾ ਦੇਣ ਹੈ। ਠੀਕ ਹੈ, ਬਰਤਾਨੀਆ ਦਾ ਦੇਣ ਹੈ, ਬ੍ਰਿਟੇਨ ਦਾ ਦੇਣ ਹੈ ਜਿਹੜੀ ਸਾਡਾ ਕਾਨੂੰਨ ਅਤੇ ਸੰਸਦੀ ਪ੍ਰਣਾਲੀ ਹੈ। ਠੀਕ ਹੈ, ਇਹ ਅਸੀਂ ਬ੍ਰਿਟੇਨ ਤੋਂ ਲਿਆ। ਮੌਲਿਕ ਅਧਿਕਾਰ ਅਤੇ ਨਿਆਂ ਪ੍ਰਣਾਲੀ ਅਸੀਂ ਅਮਰੀਕਾ ਤੋਂ ਲਿਆ। ਸੰਘ ਪ੍ਰਣਾਲੀ ਕੈਨੇਡਾ, ਆਸਟ੍ਰੇਲੀਆ, ਦੱਖਣੀ ਅਫਰੀਕਾ ਦੇ ਸੰਵਿਧਾਨ ਦੀ ਦੇਣ ਹੈ। ਆਇਰਲੈਂਡ ਤੋਂ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਉਹ ਲਏ ਗਏ ਨੇ। ਇਸ ਕਰਕੇ ਹੋਰ ਵੀ ਕਾਫੀ ਸਾਰੇ ਦੇਸ਼ਾਂ ਤੋਂ ਜਿਹੜਾ ਹੈਗਾ, ਫਰਾਂਸ ਤੋਂ ਵੀ ਬਹੁਤ ਕੁਝ ਲਿਆ ਗਿਆ। ਤਾਂ ਇਸ ਕਰਕੇ ਸਾਰਾ ਸੰਵਿਧਾਨ ਬੇਮਿਸਾਲ ਹੈ। ਸਾਡੇ ਸੰਵਿਧਾਨ ਦਾ ਵੱਡਾ ਸੋਮਾ 1935 ਦਾ ਭਾਰਤ ਸਰਕਾਰ ਕਾਨੂੰਨ ਵੀ ਸੀ। ਠੀਕ ਹੈ, ਸਾਡਾ ਜਿਹੜਾ ਸੰਵਿਧਾਨ ਸੀ, ਜਿਹੜਾ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਸੀਗਾ। ਠੀਕ ਹੈ, ਇਹਦੇ ਵਿੱਚ ਕਾਫੀ ਸਾਰਾ ਜਿਹੜਾ ਸਿਧਾਂਤ ਦਾ ਕੱਚਾ ਟਾਈਪ ਖਰੜਾ ਨਾ, ਜਿਹੜਾ ਕੱਚਾ ਟਾਈਪ ਡਿਜ਼ਾਈਨ ਸੀਗਾ ਉਹ ਤਿਆਰ ਕਰ ਲਿਆ ਗਿਆ ਸੀਗਾ 1935 ਦੇ ਵਿੱਚ। ਤਾਂ ਅੰਗਰੇਜ਼ਾਂ ਨੇ ਵੀ ਇਹਦੇ ਵਿੱਚ ਹੈਲਪ ਕੀਤੀ ਸੀਗੀ। ਠੀਕ ਹੈ, ਸੋ ਅੰਗਰੇਜ਼ਾਂ ਅਤੇ ਭਾਰਤੀਆਂ ਨੇ ਮਿਲ ਕੇ ਇਹ ਚੀਜ਼ ਤਿਆਰ ਕੀਤੀ ਸੀ ਵੀ ਸੰਵਿਧਾਨ ਤਾਂ ਹੋਣਾ ਚਾਹੀਦਾ, ਲੇਕਿਨ ਅੰਗਰੇਜ਼ਾਂ ਦਾ ਇਹਦੇ ਵਿੱਚ ਆਪਣਾ ਭਲਾ ਸੀਗਾ, ਹੈ ਨਾ। ਪਰ ਫਿਰ ਵੀ ਇਸ ਨੂੰ ਅਸੀਂ ਜਿਹੜਾ ਹੈ ਮੇਨ ਰਿਸੋਰਸ ਸਮਝਦੇ ਹਾਂ ਕਿ ਅਸੀਂ ਇਸ ਦੇ ਸਾਰੀਆਂ ਚੀਜ਼ਾਂ ਇਸ ਨੂੰ ਮੁੱਦੇ ਨਜ਼ਰ ਲੈ ਕੇ ਚੱਲੇ ਹਾਂ। ਠੀਕ ਹੈ, 1935 ਦਾ ਜਿਹੜਾ ਕਾਨੂੰਨ ਅਸੀਂ ਫੋਲੋ ਕਰਦੇ ਹਾਂ, ਲੇਕਿਨ ਫਿਰ ਵੀ ਅਸੀਂ ਬਹੁਤ ਸਾਰੇ ਦੇਸ਼ਾਂ ਤੋਂ ਕਾਫੀ ਕੁਝ ਜਿਹੜਾ ਹੈ ਉਧਾਰ ਲਿਆ। ਮੌਲਿਕ ਅਧਿਕਾਰ, ਤਾਂ ਮੌਲਿਕ ਅਧਿਕਾਰ 14 ਤੋਂ 32 ਤੱਕ ਜਿਹੜੇ ਹੈਗੇ ਨੇ ਭਾਰਤੀਆਂ ਨੂੰ ਮੌਲਿਕ ਅਧਿਕਾਰ ਇਹ ਵਾਲੇ ਇਹਦੇ ਵਿੱਚ ਧਾਰਾ 'ਚ ਦਿੱਤੇ ਗਏ ਨੇ। ਸਮਾਨਤਾ ਦਾ, ਸੁਤੰਤਰਤਾ ਦਾ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਅਧਿਕਾਰ ਹੋ ਗਿਆ, ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ ਹੋ ਗਿਆ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਹੋ ਗਿਆ। ਇਹ ਸਾਰੇ ਜਿਹੜੇ ਅਧਿਕਾਰ ਨੇ ਸ਼ਾਮਿਲ ਕੀਤੇ ਗਏ ਨੇ। ਪਹਿਲਾਂ ਇੱਕ ਸੰਪਤੀ ਦਾ ਅਧਿਕਾਰ ਵੀ ਸੀ, 7 ਸੀਗੇ। ਠੀਕ ਹੈ, ਹੁਣ ਜਿਹੜੇ ਹੈ ਇਹ ਵਾਲਾ ਕੱਟ ਦਿੱਤਾ ਗਿਆ ਤਾਂ 6 ਨੇ ਹੁਣ ਟੋਟਲ ਗਿਣਤੀ ਦੇ ਵਿੱਚ ਸਾਡੇ ਮੌਲਿਕ ਅਧਿਕਾਰ। ਹੁਣ ਸੰਪਤੀ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਸੰਪਤੀ ਦਾ ਅਧਿਕਾਰ 19 ਜੂਨ 1979 ਦੇ ਵਿੱਚ ਸੰਪਤੀ ਦਾ ਅਧਿਕਾਰ ਜਿਹੜਾ ਸੀ ਮੌਲਿਕ ਸੀ, ਲੇਕਿਨ ਫਿਰ ਬਾਅਦ ਦੇ ਵਿੱਚ ਇਹ ਇੱਕ ਸਧਾਰਨ ਅਧਿਕਾਰ ਦੇ ਰੂਪ ਦੇ ਵਿੱਚ ਦੇ ਦਿੱਤਾ ਗਿਆ ਤੇ 44ਵੀਂ ਸੋਧ ਦੇ ਰਾਹੀਂ ਇਸ ਨੂੰ ਮੌਲਿਕ ਅਧਿਕਾਰਾਂ ਦੀ ਲਿਸਟ 'ਚੋਂ ਕੱਟ ਦਿੱਤਾ ਗਿਆ। ਮੌਲਿਕ ਕਰਤੱਵ, ਤਾਂ 1976 ਦੇ ਵਿੱਚ 42ਵੀਂ ਸੋਧ ਹੋਈ ਸੀ ਭਾਰਤੀ ਸੰਵਿਧਾਨ ਦੇ ਵਿੱਚ, ਤਾਂ ਇਹਦੇ ਵਿੱਚ 10 ਮੌਲਿਕ ਕਰਤੱਵ ਜਿਹੜੇ ਸੀ ਅੰਕਿਤ ਕੀਤੇ ਗਏ। ਬਾਅਦ ਦੇ ਵਿੱਚ 86ਵੀਂ ਸੋਧ ਦੇ ਰਾਹੀਂ ਇਹਨਾਂ ਦੀ ਸੰਖਿਆ 11 ਹੋ ਗਈ। ਹੁਣ ਰਾਜ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ 36 ਤੋਂ 51 ਤੱਕ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਤੇ ਇਹ ਰਾਜਨੀਤਿਕ ਸਿਧਾਂਤ ਕੀ ਕਰਦੇ ਨੇ, ਨਿਰਦੇਸ਼ ਮਤਲਬ ਗਾਈਡਲਾਈਨਸ ਨੇ ਇਹ, ਤਾਂ ਇਹ ਗਾਈਡਲਾਈਨਸ ਦਾ ਕੰਮ ਕਰਦੇ ਨੇ, ਮਾਰਗ ਰਸਤਾ ਦਿੰਦੇ ਨੇ ਅਤੇ ਇਹ ਲੋਕਤੰਤਰ ਦੀ ਸਥਾਪਨਾ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਹੁਣ ਪ੍ਰੀਐਂਬਲ, ਪ੍ਰਸਤਾਵਨਾ ਜਿਹੜੀ ਵੀ ਪੀਪਲ ਆਫ ਇੰਡੀਆ, ਠੀਕ ਹੈ, ਵੀ ਪੀਪਲ ਆਫ ਇੰਡੀਆ ਤੋਂ ਸਟਾਰਟ ਹੁੰਦੀ ਹੈ। ਇਸ ਦੇ ਵਿੱਚ ਜਿਹੜਾ ਹੈ ਪ੍ਰਸਤਾਵਨਾ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਇਹਦੇ ਵਿੱਚ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖਤਾ, ਪ੍ਰਜਾਤੰਤਰੀ ਗਣਰਾਜ ਜਿਹੜਾ ਹੈ ਬਾਅਦ 'ਚ ਜਿਹੜੇ ਵਰਡਸ ਜਿਹੜੇ ਨੇ ਐਡ ਕੀਤੇ ਗਏ ਨੇ। ਪ੍ਰਸਤਾਵਨਾ ਨੂੰ ਦੇਖ ਕੇ ਜਿਹੜਾ ਹੈ ਸਾਨੂੰ ਪਤਾ ਲੱਗਦਾ ਕਿ ਇਸ ਦੇ ਵਿੱਚ ਜਿਹੜਾ ਹੈਗਾ ਅੰਦਰ ਸੰਵਿਧਾਨ ਦੇ ਕੀ ਹੈ। ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ। ਭਾਰਤ ਪ੍ਰਭੂ ਸੱਤਾਸ਼ਾਲੀ ਰਾਜ ਹੈ, ਵਿਦੇਸ਼ੀ ਸੱਤਾ ਦੇ ਅਧੀਨ ਹੈ, ਮਤਲਬ ਭਾਰਤ ਦੇ ਅੰਦਰ ਜਿਹੜੀ ਪ੍ਰਭੂ ਸੱਤਾ ਚੱਲੇਗੀ, ਸ਼ਕਤੀ ਚੱਲੇਗੀ, ਇਹ ਰਾਜ ਦੇ ਅੰਦਰ ਹੀ ਲੋਕ ਜਿਹੜੇ ਨੇ ਚਲਾਉਣਗੇ। ਕੋਈ ਬਾਹਰੀ ਤਾਕਤ ਇਸ 'ਤੇ ਹਮਲਾ ਨਹੀਂ ਕਰੇ, ਕੋਈ ਵਿਦੇਸ਼ੀ ਤਾਕਤ ਇਸ 'ਤੇ ਜਿਹੜਾ ਹੈ ਅਧੀਨ ਨਹੀਂ ਆਪਣੇ ਕਰ ਪਾਏਗੀ। ਧਰਮ ਨਿਰਪੱਖ ਗਣਰਾਜ ਹੈ, ਸਾਰੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਹੈਗੀ ਹੈ ਅਤੇ ਭਾਰਤੀ ਲੋਕਤੰਤਰ ਰਾਜ ਹੈ। ਬਾਲਗ ਮਤ ਵੋਟ ਦੇਣ ਦਾ ਅਧਿਕਾਰ ਹੈ। ਅਪਰਤੱਖ ਰੂਪ ਦੇ ਨਾਲ ਨੁਮਾਇੰਦੇ ਚੁਣੇ ਜਾਂਦੇ ਨੇ ਤੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਇੱਕ ਵਿਸ਼ਾਲ ਜਿਹੜਾ ਹੈ ਸੰਵਿਧਾਨ ਹੈ। ਤਾਂ ਭਾਰਤ ਦੀ ਪ੍ਰਸਤਾਵਨਾ ਦੇ ਵਿੱਚ ਇਹ ਵਰਡਸ ਜਿਹੜੇ ਸੀ ਬਾਅਦ 'ਚ
ਐਡ ਔਨ ਕੀਤੇ ਗਏ ਨੇ। ਤੇ ਭਾਰਤ ਦੀ ਜਿਹੜੀ ਪ੍ਰੀਐਂਬਲ ਹੈ ਪ੍ਰਸਤਾਵਨਾ, ਉਸ ਨੂੰ ਦੇਖ ਕੇ ਜਿਹੜਾ ਹੈਗਾ ਸਾਨੂੰ ਪਤਾ ਲੱਗਦਾ ਕਿ ਇਹ ਸਾਰਾ ਕੁਛ ਜਿਹੜਾ ਹੈ ਸੰਵਿਧਾਨ ਦੇ ਅੰਦਰ ਹੈਗਾ। ਸੰਸਦੀ ਸ਼ਾਸਨ ਪ੍ਰਣਾਲੀ ਹੈਗੀ ਹੈ, ਤੇ ਇਹ ਬਰਤਾਨੀਆ ਦੇ ਮਾਡਲ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ। ਸੰਸਦੀ ਢੰਗ ਦੀ ਜਿਹੜੀ ਸਰਕਾਰ ਹੈ ਇੱਥੇ ਸੰਸਦੀ ਢੰਗ ਨਾਲ ਸ਼ਾਸਨ ਚੱਲਦਾ ਹੈ। ਰਾਸ਼ਟਰਪਤੀ ਦਾ ਰਾਜ ਦਾ ਨਾਮਾਤਰ ਮੁਖੀ ਹੈ। ਅਸਲੀ ਕਰਤਾ ਧਰਤਾ ਜਿਹੜਾ ਹੈਗਾ ਪ੍ਰਧਾਨ ਮੰਤਰੀ ਹੈ। ਅਸਲੀ ਕਾਰਜਪਾਲਿਕਾ ਦੀਆਂ ਸ਼ਕਤੀਆਂ ਮੰਤਰੀ ਪਰਿਸ਼ਦ ਅਤੇ ਪ੍ਰਧਾਨ ਮੰਤਰੀ ਕੋਲੇ ਨੇ, ਠੀਕ ਹੈ। ਤੇ 5 ਸਾਲਾਂ ਬਾਅਦ ਵੋਟਾਂ ਕੀਤੀਆਂ ਜਾਂਦੀਆਂ ਨੇ ਬਾਲਗ ਮਤ ਵੋਟ ਅਧਿਕਾਰ ਦੇ ਨਾਲ, ਯਾਨੀ ਕਿ ਐਡਲਟ ਫਰੈਂਚਾਈਜ਼ ਦੇ ਨਾਲ। ਫਾਈਨ। ਕਠੋਰ ਅਤੇ ਲਚਕੀਲਾ ਸੰਵਿਧਾਨ। ਭਾਰਤੀ ਸੰਵਿਧਾਨ ਕਠੋਰ ਹੈ ਬਟ ਲਚਕੀਲਾ ਹੈ, ਫਲੈਕਸੀਬਲ ਹੈ, ਬਹੁਤ ਹੀ ਹਾਰਡ ਤੇ ਫਲੈਕਸੀਬਲ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਸ਼ੋਧ ਜਿਹੜੀ ਹੈਗੀ ਹੈ ਕਰਨ ਦੀ ਵੀ ਖਾਸ ਵਿਧੀ ਹੈ। ਸਧਾਰਨ ਕਾਨੂੰਨ ਦਾ ਨਿਰਮਾਣ ਕਰਨ ਲਈ ਅਲੱਗ ਵਿਧੀ ਜਿਹੜੀ ਹੈਗੀ ਹੈ ਨਿਸ਼ਚਿਤ ਕੀਤੀ ਜਾਂਦੀ ਹੈ। ਲਚਕੀਲਾ ਹੈਗਾ ਬਿਕੋਜ਼ ਸ਼ੋਧਾਂ ਕੀਤੀਆਂ ਜਾਂਦੀਆਂ, ਲੇਕਿਨ ਇਸ ਨੂੰ ਕੋਈ ਵੀ ਆਸਾਨੀ ਦੇ ਨਾਲ ਜਿਹੜੀ ਹੈ ਇਹ ਨਹੀਂ ਹੈ ਕਿ ਆਪਾਂ ਅਮੈਂਡਮੈਂਟ ਕਰੀ ਜਾਈਏ, ਬਹੁਤ ਟਾਈਮ ਲੱਗਦਾ ਕੋਈ ਵੀ ਅਮੈਂਡਮੈਂਟ ਚਾਹੁਣ ਦੇ ਲਈ, ਠੀਕ ਹੈ। ਸੋ ਸੰਘੀ ਪ੍ਰਣਾਲੀ। ਭਾਰਤੀ ਸੰਘ ਸਰਕਾਰ ਦੀ ਸਥਾਪਨਾ ਜਿਹੜੀ ਹੈਗੀ ਹੈ ਕਰਦਾ ਹੈ। ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਅਤੇ ਰਾਜ ਦੇ ਵਿੱਚ ਸ਼ਕਤੀਆਂ ਵੰਡੀਆਂ ਗਈਆਂ ਨੇ, ਠੀਕ ਹੈ। ਸੰਘੀ ਸ਼ਾਸਨ ਪ੍ਰਣਾਲੀ ਆ। ਇਕਾਤਮਕ ਲੱਛਣ। ਹੁਣ ਦੇਖੋ ਕੇਂਦਰ ਅਤੇ ਰਾਜ ਹੈ ਤਾਂ ਇਹ ਦੋਨੋਂ ਮਿਲ ਕੇ ਜਿਹੜੀ ਹੈ ਇਕਾਤਮਕਤਾ ਕਰਦੇ ਨੇ, ਠੀਕ ਹੈ। ਯੂਨਿਟੀ ਇਹਨਾਂ 'ਚ ਚੱਲਦੀ ਹੈ। ਭਾਰਤੀ ਸੰਵਿਧਾਨ ਵਿੱਚ ਇਕਾਤਮਕ ਲੱਛਣ ਨੇ। ਸ਼ਕਤੀਆਂ ਦੀ ਵੰਡ ਕੇਂਦਰ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਇਕਹਿਰੀ ਨਾਗਰਿਕਤਾ, ਸੰਗਠਿਤ ਨਿਆਂਪਾਲਿਕਾ, ਇੱਕ ਰੂਪ ਸ਼ਾਸਨ ਅਤੇ ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ ਵੀ ਇਕਾਤਮਕ ਚਿੰਨ੍ਹ ਹੈ। ਮਤਲਬ ਅਗਰ ਰਾਸ਼ਟਰਪਤੀ ਰਾਜ ਵੀ ਲੱਗਦਾ ਤਦ ਵੀ ਅਸੀਂ ਸਾਰੇ ਇਕਜੁੱਟ ਹੋ ਕੇ ਉਸ ਨੂੰ ਫੇਸ ਕਰਦੇ ਹਾਂ। ਤਾਂ ਇਕਾਤਮਕ ਲੱਛਣ ਇਹਦੇ ਵਿੱਚ ਪਾਏ ਜਾਂਦੇ ਨੇ। ਧਰਮ ਨਿਰਪੱਖ ਰਾਜ ਹੈ, ਮਤਲਬ ਕਿ ਧਰਮ ਦੇ ਆਧਾਰ 'ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਰਾਜ ਦਾ ਆਪਣਾ ਕੋਈ ਧਰਮ ਨਹੀਂ ਹੈਗਾ ਅਤੇ ਇਹ ਧਰਮ ਨਿਰਪੱਖ ਗਣਰਾਜ ਕਿਹਾ ਗਿਆ ਹੈ। ਰਾਜ ਦਾ ਆਪਣਾ ਧਰਮ ਨਹੀਂ, ਸਾਰੇ ਧਰਮਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਅਤੇ ਧਾਰਮਿਕ ਆਜ਼ਾਦੀ ਜਿਹੜੀ ਹੈਗੀ ਹੈ ਸਾਨੂੰ ਧਾਰਾ 25 ਤੋਂ 28 ਤੱਕ ਮਿਲੀ ਹੋਈ ਹੈ। ਹਰ ਵਿਅਕਤੀ ਆਪਣੀ ਇੱਛਾ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਕਿਸੇ ਵੀ ਗੁਰਦੁਆਰੇ ਮੰਦਿਰ ਚਰਚ ਕਿਤੇ ਵੀ ਜਾ ਸਕਦਾ ਹੈ। ਦੋ ਸਦਨੀ ਵਿਧਾਨ ਮੰਡਲ। ਤਾਂ ਸੰਵਿਧਾਨ ਵਿੱਚ ਕੇਂਦਰ ਦੇ 2 ਸਦਨ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ਅਤੇ ਰਾਜ ਸਭਾ ਦੋਨੋਂ ਮਿਲ ਕੇ ਕੰਮ ਕਰਦੇ ਨੇ, ਠੀਕ ਹੈ। ਜਿਹੜਾ ਲੋਕ ਸਭਾ ਹੈ ਉਹ ਹੇਠਲਾ ਸਦਨ ਹੈ ਅਤੇ ਰਾਜ ਸਭਾ ਉੱਪਰਲਾ ਸਦਨ ਹੈ। ਆਜ਼ਾਦ ਨਿਆਂਪਾਲਿਕਾ। ਨਿਆਂਪਾਲਿਕਾ ਬਿਲਕੁਲ ਆਜ਼ਾਦ ਹੈ। ਸੁਪਰੀਮ ਕੋਰਟ ਜਿਹੜੀ ਹਾਈ ਕੋਰਟ ਹੈ ਇਹ ਸਾਰੀਆਂ ਆਪਣੇ ਸੁਤੰਤਰ ਰੂਪ 'ਚ ਕੰਮ ਕਰਦੀਆਂ ਨੇ। ਕਿਸੇ ਵੀ ਪੋਲੀਟੀਕਲ ਲੀਡਰ ਦੇ ਕੋਈ ਵੀ ਸੱਤਾ ਦੇ ਥੱਲੇ ਆ ਕੇ ਕੰਮ ਨਹੀਂ ਕਰਦੀਆਂ। ਇੰਡੀਵਿਜੂਅਲ ਜਿਹੜੀਆਂ ਇਹ ਰੂਪ ਦੇ ਵਿੱਚ ਕੰਮ ਕਰਦੀਆਂ, ਕੋਈ ਵੀ ਦਲ ਇਹਨਾਂ 'ਤੇ ਦਬਾਅ ਨਹੀਂ ਪਾ ਸਕਦਾ। ਸਾਡੇ ਦੇਸ਼ ਦੀ ਸੰਵਿਧਾਨ ਦੇ ਵਿੱਚ ਇਹ ਚੀਜ਼ ਲਿਖੀ ਹੈ ਕਿ ਸਾਡਾ ਜਿਹੜਾ ਦੇਸ਼ ਹੈ ਇਸਦੀ ਆਜ਼ਾਦ ਨਿਆਂਪਾਲਿਕਾ ਹੋਏਗੀ। ਇਕਹਿਰੀ ਨਾਗਰਿਕਤਾ। ਤਾਂ ਭਾਰਤ ਦੇ ਵਿੱਚ ਇਕਹਿਰੀ ਨਾਗਰਿਕਤਾ ਹੈ। ਹਰ ਵਿਅਕਤੀ ਪੂਰੇ ਭਾਰਤ ਦਾ ਨਾਗਰਿਕ ਹੋ ਸਕਦਾ ਹੈ। ਮਤਲਬ ਫੋਰ ਐਗਜ਼ਾਮਪਲ ਜਿੱਥੇ ਜਨਮ ਲੈਂਦਾ ਉਸ ਨੂੰ ਉਸੇ ਟਾਈਮ ਜਿਹੜੀ ਹੈਗੀ ਹੈ ਨਾਗਰਿਕਤਾ ਮਿਲ ਜਾਂਦੀ ਹੈ। ਫਾਈਨ। ਬਾਲਗ ਮਤ ਵੋਟ ਅਧਿਕਾਰ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਜਿੰਨੇ ਵੀ 18 ਸਾਲ ਤੋਂ ਉੱਪਰ ਹੋ ਜਾਂਦੇ ਨੇ ਉਹਨਾਂ ਨੂੰ ਬਿਨਾਂ ਕਿਸੇ ਭੇਦਭਾਵ, ਕਾਸਟ, ਕਲਰ, ਕ੍ਰੀਡ, ਰਿਲੀਜਨ, ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਵੋਟ ਦੇਣ ਦਾ ਅਧਿਕਾਰ ਹੈ। ਅਨੁਸੂਚਿਤ ਜਾਤਾਂ ਅਤੇ ਕਬੀਲਿਆਂ ਲਈ ਵੀ ਖਾਸ ਪ੍ਰਬੰਧ ਸਾਡੇ ਸੰਵਿਧਾਨ 'ਚ ਕੀਤਾ ਗਿਆ ਹੈ। ਰਾਖਵਾਂਕਰਨ ਦਿੱਤਾ ਗਿਆ ਹੈ, ਛੂਤ ਛਾਤ ਦਾ ਖਾਤਮਾ ਕੀਤਾ ਗਿਆ ਹੈ ਅਤੇ ਇਹਨਾਂ ਦੇ ਸਥਾਨ ਇਹਨਾਂ ਦੀ ਵਸੋਂ ਦੇ ਅਕੋਰਡਿੰਗ ਰਿਜ਼ਰਵ ਨੇ। ਫਾਈਨ। ਤਾਂ ਇਹਨਾਂ ਲਈ ਵੀ ਕੰਮ ਕੀਤਾ ਗਿਆ। ਆਪਾਤਕਾਲੀਨ ਸ਼ਕਤੀਆਂ। ਅਗਰ ਕੋਈ ਮਹਾਮਾਰੀ ਆ ਜਾਏ, ਜਿਵੇਂ ਆਪਣੇ ਕਰੋਨਾ ਆ ਗਿਆ ਸੀਗਾ, ਹੈ ਨਾ, ਤਾਂ ਇਸ ਦੇ ਵਿੱਚ ਐਮਰਜੈਂਸੀ ਜਿਹੜਾ ਹੈ ਪਾਵਰਸ ਲਾਗੂ ਕੀਤੀਆਂ ਜਾ ਸਕਦੀਆਂ। ਕੋਈ ਯੁੱਧ ਆ ਜਾਏ, ਬਾਹਰੀ ਯੁੱਧ ਹੋ ਜਾਏ, ਹਮਲੇ, ਹਥਿਆਰਬੰਦ ਖਤਰੇ ਹੋ ਜਾਣ, ਤਾਂ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਏ, ਵਿੱਤੀ ਸੰਕਟ ਆ ਜਾਏ, ਮਹਾਮਾਰੀ ਆ ਜਾਏ, ਤਾਂ ਇਸ ਦੇ ਸੰਵਿਧਾਨ ਦੇ ਵਿੱਚ ਜ਼ਿਕਰ ਕੀਤਾ ਗਿਆ ਤਾਂ ਉੱਥੇ ਐਮਰਜੈਂਸੀ ਪਾਵਰਸ ਲਾਗੂ ਕਰ ਦਿੱਤੀਆਂ ਜਾਂਦੀਆਂ। ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਤਾਂ ਰਾਸ਼ਟਰਪਤੀ ਦੀ ਹੀ ਚੱਲਦੀ ਹੈ, ਬਾਕੀ ਸਾਰੀਆਂ ਚੀਜ਼ਾਂ ਫੇਲ ਹੋ ਜਾਂਦੀਆਂ ਨੇ ਅਤੇ ਸਾਨੂੰ ਮੰਨਣੀ ਵੀ ਪੈਂਦੀ ਹੈ। ਹਿੰਦੀ ਆਫੀਸ਼ੀਅਲ ਲੈਂਗੁਏਜ ਦੇ ਵਜੋਂ ਮੰਨੀ ਗਈ ਹੈਗੀ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ। ਸੰਵਿਧਾਨ ਦੇ ਵਿੱਚ ਕੁੱਲ 22 ਭਾਸ਼ਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਹਿੰਦੀ ਨੂੰ ਦੇਵਨਾਗਰੀ ਲਿਪੀ ਦੇ ਵਿੱਚ ਕੇਂਦਰ ਦੀ ਸਰਕਾਰੀ ਭਾਸ਼ਾ ਵੀ ਐਲਾਨ ਕੀਤਾ ਗਿਆ। ਸੋ ਇਹ ਸੀ ਅੱਜ ਦਾ ਵੀਡੀਓ। ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।